ਇਹ ਬੇਟਾ ਜਿਹੜਾ ਸਾਡਾ ਪੂਰੇ ਦਾ ਪੂਰਾ ਇਸ ਪੇਪਰ ਦਾ ਕਨਸੈਪਟ ਹੈ, ਪਹਿਲਾਂ ਉਹਨੂੰ ਸਮਝ ਲਓ ਥੋੜ੍ਹਾ ਜਿਹਾ ਬਰੀਫ 'ਚ। ਇਹਨੂੰ ਅਸੀਂ ਕਹਿ ਦਿੰਦੇ ਹਾਂ ਹਿਸਟਰੀ ਆਫ ਆਈਡੀਆਜ਼। ਇਹਨੂੰ ਕਨਫਿਊਜ਼ ਨਹੀਂ ਕਰਨਾ। ਇੱਕ ਅਸੀਂ ਪੇਪਰ ਪੜ੍ਹਿਆ ਹਿਸਟੋਰੀਓਗ੍ਰਾਫੀ ਜਾਂ ਨੇਚਰ ਆਫ ਹਿਸਟਰੀ, ਆਬਜੈਕਟਿਵਿਟੀ ਆਫ ਹਿਸਟਰੀ, ਕੌਜ਼ੇਸ਼ਨ ਇਨ ਹਿਸਟਰੀ। ਦੈਟ ਵਾਜ਼ ਦਾ ਕਨਸੈਪਟ ਆਫ ਹਿਸਟਰੀ, ਵੀ ਇਤਿਹਾਸ ਕੀ ਹੈ। ਇਹਨੂੰ ਥੋੜ੍ਹਾ ਜਿਹਾ ਬਰੀਕੀ 'ਚ ਸਮਝ ਲੈਣਾ ਤਾਂ ਕਿ ਯਾਦ ਕਰਨ ਲੱਗੇ ਉਹ ਕਿਸ ਪੁਆਇੰਟ ਆਫ ਵਿਊ ਨਾਲ ਯਾਦ ਕਰਨਾ ਔਰ ਕੀ ਲਿਖਣਾ ਸਾਨੂੰ ਕਲੀਅਰ ਹੋਏ। ਇੱਕ ਹੈਗਾ ਕਿ ਇਤਿਹਾਸ ਕੀ ਹੈ, ਹਿਸਟਰੀ ਨੂੰ ਅਸੀਂ ਕਿੱਦਾਂ ਦੇਖ ਰਹੇ ਹਾਂ। ਉਹ ਹਿਸਟਰੀ ਦਾ ਮਤਲਬ ਸਾਰੀ ਹਿਸਟਰੀ, ਪੰਜਾਬ ਦੀ ਵੀ, ਇੰਡੀਆ ਦੀ ਵੀ, ਵਰਲਡ ਦੀ ਵੀ, ਅਮੈਰੀਕਾ ਵੀ, ਸਮਾਜਿਕ ਵੀ, ਰਾਜਨੀਤਿਕ ਵੀ, ਧਾਰਮਿਕ ਵੀ, ਆਰਥਿਕ ਵੀ, ਸਾਰੇ ਟਾਈਪਸ ਦੀ ਹਿਸਟਰੀ। ਉਹਨੂੰ ਅਸੀਂ ਕਹਿ ਦਿੰਦੇ ਹਾਂ ਹਿਸਟਰੀ ਦਾ ਕਨਸੈਪਟ, ਵੀ ਉਹਦਾ ਸਵਰੂਪ ਕੀ ਹੈ, ਉਹਦੀ ਨੇਚਰ ਕੀ ਹੈ, ਉਹਨੂੰ ਅਸੀਂ ਕਿਸ ਢੰਗ ਦੇ ਨਾਲ ਪੜ੍ਹਨਾ ਹੈ। ਔਰ ਜਦੋਂ ਅਸੀਂ ਉਹਨੂੰ ਪੜ੍ਹਨਾ ਤਾਂ ਸਾਨੂੰ ਕਿੱਦਾਂ ਪਤਾ ਲੱਗੂਗਾ ਕਿ ਜੋ ਇਹਦੇ 'ਚ ਚੀਜ਼ਾਂ ਲਿਖੀਆਂ ਗਈਆਂ ਨੇ ਉਹ ਠੀਕ ਨੇ ਜਾਂ ਗਲਤ ਨੇ, ਉਹਦੇ ਫੈਕਟਸ ਕੀ ਨੇ, ਉਹਦੇ ਤੱਥ ਕੀ ਨੇ। ਉਹ ਸਾਨੂੰ ਸਾਰੀਆਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ, ਜਿਹਨੂੰ ਅਸੀਂ ਇੱਕ ਅਲੱਗ ਟੌਪਿਕ ਦੇ ਤੌਰ 'ਤੇ ਪੜ੍ਹਦੇ, ਹਿਸਟਰੀ ਐਂਡ ਹਿਸਟੋਰੀਓਗ੍ਰਾਫੀ। ਉਸ ਨੂੰ ਪੇਪਰ ਪੜ੍ਹਿਆ। ਬਟ ਉਰੇ ਟੌਪਿਕ ਕੀ ਹੈ ਸਾਡੇ ਕੋਲ, ਹਿਸਟਰੀ ਆਫ ਆਈਡੀਆਜ਼, ਯਾਨੀ ਕੁਝ ਐਸੇ ਵਿਚਾਰਧਾਰਾਵਾਂ ਜੋ ਸਮਾਜ ਵਿੱਚ, ਦੁਨੀਆ ਦੇ ਵਿੱਚ ਬੜੀਆਂ ਪ੍ਰਬਲ ਮੰਨੀਆਂ ਗਈਆਂ, ਬੜੀਆਂ ਮਜ਼ਬੂਤ ਮੰਨੀਆਂ ਗਈਆਂ, ਔਰ ਉਹਨਾਂ ਵਿਚਾਰਧਾਰਾਵਾਂ ਦਾ ਇਤਿਹਾਸ ਕੀ ਹੈ, ਉਹਦੀ ਬੈਕਗਰਾਊਂਡ ਕੀ ਹੈ, ਉਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਜਿਵੇਂ ਸਾਡੇ ਕੋਲੇ ਇਹ 4 ਯੂਨਿਟਸ ਦੇ ਅੰਦਰ 4 ਤਰ੍ਹਾਂ ਦੇ ਆਈਡੀਆਜ਼ ਨੇ। ਤੁਸੀਂ ਧਿਆਨ ਦੇ ਨਾਲ ਅਗਰ ਉਸ ਨੂੰ ਦੇਖੋਗੇ ਤਾਂ ਪਹਿਲੇ ਯੂਨਿਟ ਦੇ ਵਿੱਚ ਹੈ ਪ੍ਰਾਚੀਨ ਭਾਰਤ ਦੀਆਂ ਵਿਚਾਰਧਾਰਾਵਾਂ। ਦੂਜੇ ਦੇ ਵਿੱਚ ਆ ਕੇ ਆ ਜਾਂਦਾ ਲਗਭਗ ਮੱਧਕਾਲੀਨ ਤੋਂ ਲੈ ਕੇ ਆਧੁਨਿਕ ਭਾਰਤ ਦੀਆਂ ਸਮਾਜਿਕ ਧਾਰਮਿਕ ਵਿਚਾਰਧਾਰਾਵਾਂ, ਭਗਤੀ ਮੂਵਮੈਂਟ ਹੈ, ਰਿਵਾਈਵਲਿਜ਼ਮ ਹੈ, ਸੂਫੀਜ਼ਮ ਹੈ। ਤੀਜੇ ਦੇ ਵਿੱਚ ਆ ਜਾਂਦਾ ਕਿ ਜਦੋਂ ਅਸੀਂ ਆਧੁਨਿਕ ਦੌਰ 'ਚ ਐਂਟਰ ਕਰ ਰਹੇ ਸੀ, ਕਲੋਨੀਅਲਿਜ਼ਮ ਆਇਆ, ਯੂਟਿਲਿਟੇਰੀਅਨਿਜ਼ਮ ਆਇਆ, ਸਮਰਾਜਵਾਦ ਆਇਆ, ਜਿਹਨੂੰ ਅਸੀਂ ਇੰਪੀਰੀਅਲਿਜ਼ਮ ਕਹਿ ਦਿੰਦੇ ਹਾਂ, ਬਸਤੀਵਾਦ, ਸਮਰਾਜਵਾਦ, ਯੂਟਿਲਿਟੇਰੀਅਨਿਜ਼ਮ, ਇਹ ਚੀਜ਼ਾਂ ਉੱਭਰੀਆਂ। ਔਰ ਚੌਥੀ ਦੇ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਐਸੇ ਫਿਨੋਮੀਨਾ ਜਿਹੜੇ ਵਰਲਡ ਵਾਈਡ ਬਣ ਗਏ, ਜਿਵੇਂ ਅਸੀਂ ਸਾਰੇ ਅੱਜ ਕੱਲ੍ਹ ਗੱਲ ਕਰਦੇ ਹਾਂ ਮਾਨਵਤਾਵਾਦ ਦੀ, ਹਿਊਮੈਨਿਜ਼ਮ, ਸਮਾਜਵਾਦ ਦੀ, ਇਕੁਐਲਿਟੀ ਦੀ, ਡੈਮੋਕ੍ਰੇਸੀ ਦੀ। ਇਹ ਜਿਹੜੇ ਨੇ ਅਲਟਰਾ ਮੋਡਰਨ, ਜਾਨੀ 21ਵੀਂ ਸਦੀ ਦੇ ਵਿੱਚ ਵੀ ਇਹਨਾਂ ਦੀ ਗੱਲ ਹੁੰਦੀ ਹੈ, ਔਰ ਜ਼ਿਆਦਾ ਵੱਡੇ ਪੱਧਰ 'ਤੇ ਔਰ ਉਭਾਰ ਕੇ ਹੁੰਦੀ ਹੈ। ਔਰ ਈਵਨ ਸਾਡੇ ਜਿੰਨੇ ਪਿਛੋਕੜ ਨੇ ਉਹਨਾਂ ਵਿੱਚ ਵੀ ਇਹਨਾਂ ਚੀਜ਼ਾਂ ਨੂੰ ਤਲਾਸ਼ਣ ਦੀ ਔਰ ਤਰਾਸ਼ਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਤਾਂ ਇਸ ਕਨਸੈਪਟ ਨੂੰ ਅਸੀਂ ਇਸ ਤਰੀਕੇ ਨਾਲ ਪੜ੍ਹਨਾ ਹੈ, ਯਾਨੀ ਕਨਸੈਪਟ ਨੂੰ ਪੜ੍ਹਦੇ ਹੋਏ ਇਹ ਸਮਝਣਾ ਵੀ ਇਸ ਕਨਸੈਪਟ ਦੀ ਬੈਕਗਰਾਊਂਡ ਕੀ ਸੀ ਸਾਡੀ। ਠੀਕ ਹੈ, ਜਿਹਨੂੰ ਮੰਨ ਲਓ ਅਸੀਂ ਅੱਜ ਆਪਣੇ ਸਮਝਣ ਦੇ ਲਈ ਸਟਾਰਟ ਕਰ ਰਹੇ ਹਾਂ ਵੈਦਿਕ ਕਾਲ ਤੋਂ, ਉੱਤਰ ਵੈਦਿਕ ਕਾਲ ਤੋਂ। ਵੈਦਿਕ ਕਾਲ ਨੂੰ ਅਸੀਂ 2 ਹਿੱਸਿਆਂ ਦੇ ਵਿੱਚ ਵੰਡਦੇ ਹਾਂ, ਰਿਗ ਵੈਦਿਕ ਕਾਲ ਐਂਡ ਉੱਤਰ ਵੈਦਿਕ ਕਾਲ। ਰਿਗ ਵੈਦਿਕ ਕਾਲ ਜਿਹਦੇ 'ਚ ਰਿਗਵੇਦ ਦੀ ਰਚਨਾ ਹੋਈ, ਔਰ ਉੱਤਰ ਵੈਦਿਕ ਕਾਲ ਜਿਹਦੇ 'ਚ ਸਾਮਵੇਦ, ਯਜੁਰਵੇਦ, ਅਥਰਵਵੇਦ ਔਰ ਦੂਜੇ ਵੈਦਿਕ ਲਿਟਰੇਚਰ ਦੀ ਰਚਨਾ ਹੋਈ, ਉਸ ਨੂੰ ਅਸੀਂ ਉੱਤਰ ਵੈਦਿਕ ਕਾਲ ਕਹਿੰਦੇ ਹਾਂ, ਯਾਨੀ ਵੈਦਿਕ ਕਾਲ ਦਾ ਦੂਜਾ ਹਿੱਸਾ, ਦੂਸਰਾ ਪਾਰਟ। ਦਿਸ ਇਜ਼ ਦਾ ਸੈਕੰਡ ਪਾਰਟ। ਹੁਣ ਲੇਕਿਨ ਆ ਜਾਂਦਾ ਹੈ ਕਿ ਜਦੋਂ ਅਸੀਂ ਹੁਣ ਇਹਦੀ ਪਿਛੋਕੜ 'ਚ ਜਾਣਾ ਤਾਂ ਸਮਝਣ ਦੀ ਕੋਸ਼ਿਸ਼ ਕੀ ਕਰਾਂਗੇ। ਔਰ ਇਸ ਗੱਲ ਨੂੰ ਸਮਝਣਾ ਬੇਟਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਜਦੋਂ ਅਸੀਂ ਇਤਿਹਾਸ ਦੇ ਕਿਸੇ ਵੀ ਪਹਿਲੂ ਨੂੰ, ਕਿਸੇ ਵੀ ਪੱਖ ਨੂੰ ਪੜ੍ਹਦੇ ਹਾਂ ਤੇ ਉਹਨੂੰ ਸਮਝਣ ਦੇ ਲਈ ਸਾਡਾ ਜ਼ਰੂਰੀ ਹੁੰਦਾ ਕਿ ਸਿਰਫ ਅਸੀਂ ਉਹਨੂੰ ਓਨਾ ਹੀ ਨਾ ਪੜ੍ਹੀਏ, ਉਹਦੇ ਅੰਦਰ ਇੱਕ ਬੈਕਗਰਾਊਂਡ ਕੀ ਹੈਗੀ ਹੈ, ਉਹਦੀ ਗਹਿਰਾਈ ਕੀ ਹੈ, ਉਸ ਡੈਪਥ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੀਏ। ਯਾਨੀ ਕਿਸੇ ਵੀ ਚੀਜ਼ ਨੂੰ ਪੜ੍ਹਨ ਦੇ 2 ਤਰੀਕੇ ਹੁੰਦੇ। ਇੱਕ ਹੌਰੀਜ਼ੌਂਟਲ ਹੈ, ਅਸੀਂ ਲਗਾਤਾਰ ਪੜ੍ਹਦੇ ਰਹਿੰਦੇ ਹਾਂ, ਵੈਦਿਕ ਕਾਲ ਹੈ, ਉੱਤਰ ਵੈਦਿਕ ਕਾਲ ਹੈ, ਉਸ ਤੋਂ ਬਾਅਦ ਜੈਨਿਜ਼ਮ ਹੈ, ਬੁੱਧਿਜ਼ਮ ਹੈ, ਉਹ ਹੌਰੀਜ਼ੌਂਟਲ ਹੈ। ਇੱਕ ਉਹਦਾ ਅਸੀਂ ਵਰਟੀਕਲ ਵੀ ਨਾਲ ਪੜ੍ਹਦੇ ਹਾਂ, ਉਹਦੀ ਡੈਪਥ ਵੀ ਪੜ੍ਹਦੇ ਹਾਂ ਕਿ ਇਹਦੀ ਜੜ ਕਿੱਥੇ ਹੈ। ਤੇ ਜਦੋਂ ਅਸੀਂ ਵੈਦਿਕ ਕਾਲ ਦੀ ਗੱਲ ਕਰਦੇ ਹਾਂ ਤਾਂ ਸਵਾਲ ਇਹ ਉੱਠਦਾ ਕਿ ਵੈਦਿਕ ਕਾਲ ਦੇ ਵਿੱਚ ਲੋਕ ਕੌਣ ਸੀ। ਤੇ ਜਦੋਂ ਅਸੀਂ ਕਹਿੰਦੇ ਹਾਂ ਕਿ ਉੱਥੋਂ ਦੇ ਲੋਕਾਂ ਨੂੰ ਆਰੀਆ ਕਿਹਾ ਜਾਂਦਾ ਸੀ, ਤੇ ਸਵਾਲ ਇਹ ਆ ਜਾਂਦਾ ਕਿ ਉਸ ਸੰਬੰਧ ਦੇ ਵਿੱਚੋਂ ਆਰੀਆ ਲੋਕ ਕੌਣ ਸੀਗੇ, ਹੂ ਆਰ ਦਾ ਆਰੀਅਨਸ। ਕਿ ਜਦੋਂ ਇਹ ਵੈਦਿਕ ਕਾਲ ਦੀ ਰਚਨਾ ਹੋਈ ਕਿ ਉਸ ਤੋਂ ਪਹਿਲਾਂ ਜਿੱਥੇ ਇਹ ਰਚਨਾ ਹੋਈ ਉੱਥੇ ਕੋਈ ਹੋਰ ਲੋਕ ਰਹਿੰਦੇ ਸੀ, ਜੇ ਰਹਿੰਦੇ ਸੀ ਤਾਂ ਉਹ ਕੌਣ ਸੀ। ਕਿ ਇਹੀ ਲੋਕਾਂ ਨੇ ਬਾਅਦ 'ਚ ਹੌਲੀ ਹੌਲੀ ਵਿਕਸਿਤ ਹੋ ਕੇ ਇੱਕ ਸਟੇਜ ਆਈ ਤੇ ਇਹਨਾਂ ਨੇ ਇਹ ਚੀਜ਼ ਡਿਵੈਲਪ ਕਰ ਲਈ। ਤੇ ਅਗਰ ਉਹ ਹੋਰ ਸੀ ਤਾਂ ਫਿਰ ਇਹ ਕਿੱਥੋਂ ਸੀਗੇ।
ਤੇ ਇਹ ਅਗਰ ਕਿਸੇ ਹੋਰ ਥਾਂ ਤੋਂ ਆਏ ਤਾਂ ਫਿਰ ਕਿੱਥੋਂ ਆਏ, ਔਰ ਜਿਸ ਥਾਂ ਤੋਂ ਆਏ ਤੇ ਕਿਉਂ ਆਏ, ਔਰ ਉੱਥੇ ਕੀ ਕਰਦੇ ਸੀ। ਤੇ ਸਾਰੇ ਤਾਂ ਆਏ ਨਹੀਂ ਹੋਣਗੇ, ਜਿਹੜੇ ਉੱਥੇ ਰਹਿ ਗਏ ਉਹਨਾਂ ਦਾ ਰੂਪ ਰੇਖਾ, ਸਮਾਜ, ਧਰਮ, ਵਿਚਾਰਧਾਰਾਵਾਂ ਕੀ ਨੇ, ਤਾਂ ਹੀ ਅਸੀਂ ਕਿਸੇ ਸਿੱਟੇ ਤੇ ਪਹੁੰਚ ਪਾਉਂਦੇ ਹਾਂ। ਤੇ ਜਦੋਂ ਅਸੀਂ ਇਸ ਗੱਲ ਦੀ ਤਲਾਸ਼ ਸ਼ੁਰੂ ਕੀਤੀ 20ਵੀਂ ਸਦੀ ਦੇ ਵਿੱਚ, ਇਸ ਗੱਲ ਦੀ ਚਰਚਾ ਸ਼ੁਰੂ ਹੋਈ ਕਿ ਜਿਹੜੇ ਆਰੀਆ ਲੋਕ ਸੀਗੇ ਉਹ ਜਿਹੜੇ ਨੇ ਉਹ ਕੌਣ ਸੀਗੇ, ਤਾਂ ਉਸ ਸੰਬੰਧ ਦੀ ਜਦੋਂ ਜਿਹੜਾ ਚਰਚਾ ਸ਼ੁਰੂ ਹੋਈ ਤਾਂ ਇਹ ਅਲੱਗ-ਅਲੱਗ ਵਿਚਾਰਧਾਰਾਵਾਂ ਸਾਹਮਣੇ ਆਈਆਂ। ਤਾਂ ਇਹ ਵਿਚਾਰਧਾਰਾਵਾਂ ਦੇ ਵਿੱਚ ਇੱਕ ਇਹ ਵਿਚਾਰਧਾਰਾਵਾਂ ਅਲੱਗ-ਅਲੱਗ ਜਿਹੜੀਆਂ ਆਈਆਂ, ਮੈਂ ਉਹਨੂੰ ਥੋੜ੍ਹਾ ਜਿਹਾ ਬਰੀਫ 'ਚ, ਕਿਉਂਕਿ ਇਹ ਕਨਸੈਪਟ ਅਸੀਂ ਪਹਿਲਾਂ ਪੜ੍ਹੇ ਵੀ ਹੋਏ ਨੇ, ਮੈਂ ਉਹਦੇ 'ਤੇ ਜ਼ਿਆਦਾ ਡਿਟੇਲ ਦੇ ਵਿੱਚ ਨਹੀਂ ਜਾਣਾ। ਤਾਂ ਅਲੱਗ-ਅਲੱਗ ਵਿਚਾਰਧਾਰਾਵਾਂ ਇਹ ਆਈਆਂ ਕਿ ਜਿਹੜੇ ਕੁਝ ਫੋਰਨ ਔਥਰ ਸੀਗੇ, ਉਹਨਾਂ ਨੇ, ਕਿਸੇ ਨੇ ਕਿਹਾ ਵੀ ਇਹ ਆਸਟਰੀਆ ਜਰਮਨੀ ਦੇ ਏਰੀਆ 'ਚੋਂ ਆਏ। ਬਾਲ ਗੰਗਾਧਰ ਤਿਲਕ ਨੇ ਕਿਹਾ ਵੀ ਇਹ ਜਿਹੜੇ ਨੇ ਸਪਤ ਸਿੰਧੂ ਦੇ ਨਾਰਥ ਪੋਲ ਤੋਂ ਆਏ ਨੇ। ਸਵਾਮੀ ਦਇਆਨੰਦ ਸਰਸਵਤੀ ਨੇ ਕਿਹਾ ਕਿ ਇਹ ਤਿੱਬਤ ਤੋਂ ਆਏ ਨੇ। ਕੁਝ ਹਿਸਟੋਰੀਅਨਸ ਨੇ ਇਹ ਗੱਲ ਜ਼ਾਹਿਰ ਕੀਤੀ ਵੀ ਇਹ ਜਿਹੜਾ ਇਹਨਾਂ ਦਾ ਜਨਮ ਸਥਾਨ ਹੈਗਾ ਉਹ ਸਪਤ ਸਿੰਧੂ ਦਾ ਏਰੀਆ ਹੈਗਾ, ਯਾਨੀ ਇਸ ਏਰੀਆ ਦੇ ਵਿੱਚ ਰਹਿੰਦੇ ਸੀਗੇ। ਔਰ ਇੱਕ ਮੈਕਸ ਮਿਲਰ ਨਾਂ ਦਾ ਹਿਸਟੋਰੀਅਨ ਹੋਇਆ ਹੈ ਜਰਮਨੀ ਦਾ, ਉਹਨੇ ਕਿਹਾ ਵੀ ਨਹੀਂ ਇਹ ਮੱਧ ਏਸ਼ੀਆ ਤੋਂ ਆਏ ਨੇ। ਤਾਂ ਅਲੱਗ-ਅਲੱਗ ਵਿਚਾਰਧਾਰਾਵਾਂ ਆਈਆਂ, ਉਹਨਾਂ ਨੂੰ ਅਸੀਂ ਡਿਟੇਲ ਦੇ ਵਿੱਚ ਪੜ੍ਹਿਆ ਆਲਰੇਡੀ ਕਈ ਵਾਰੀ ਕਿ ਉਹਨਾਂ ਦਾ ਕਨਸੈਪਟ ਦਾ ਮਤਲਬ ਕੀ ਸੀਗਾ, ਵੀ ਇਹ ਕਿਉਂ ਆਇਆ। ਮੈਂ ਇਹਨੂੰ ਥੋੜ੍ਹਾ ਜਿਹਾ ਇਸ ਕਰਕੇ ਰਿਪੀਟ ਕਰ ਦਿੰਦਾ ਤਾਂ ਕਿ ਜਦੋਂ ਤੁਸੀਂ ਦੁਬਾਰਾ ਉਸ ਚੀਜ਼ ਨੂੰ ਪੜ੍ਹੋਗੇ ਕੁਝ ਚੀਜ਼ਾਂ ਭੁੱਲ ਚੁੱਕੇ ਹੋਵੋਗੇ, ਤੁਹਾਡੇ ਦਿਮਾਗ ਦੇ ਵਿੱਚ ਦੁਬਾਰਾ ਤੋਂ ਆ ਜਾਣਗੀਆਂ। ਕਿ ਜਦੋਂ ਅਸੀਂ ਬੇਟਾ ਪੜ੍ਹ ਕੇ ਕਹਿੰਦੇ ਹਾਂ ਵੀ ਕੋਈ ਵੀ ਆਈਡੀਆ ਬਣਾਉਂਦੇ ਹਾਂ ਤਾਂ ਅਸੀਂ ਉਸ ਆਈਡੀਆ ਨੂੰ ਬਰੀਕੀ ਦੇ ਵਿੱਚ ਉਹਦੇ ਲੌਜਿਕਸ, ਉਹਦੇ ਸਬੂਤ ਨਾਲ ਦਿੰਦੇ ਹਾਂ, ਤਾਂ ਹੀ ਅਸੀਂ ਕਹਿੰਦੇ ਹਾਂ ਵੀ ਇਤਿਹਾਸਿਕ ਨੂੰ ਵਿਗਿਆਨਿਕ ਤੌਰ 'ਤੇ ਵੀ ਪ੍ਰਮਾਣ ਕੀਤਾ ਜਾ ਸਕਦਾ ਹੈ। ਅਸੀਂ ਕਹਿੰਦੇ ਹਾਂ ਕਿ ਇਹ ਮੰਨ ਲਓ, ਸਪੋਜ਼ ਕਰ ਲਓ ਸਪਤ ਸਿੰਧੂ ਦੇ ਰਹਿਣ ਵਾਲੇ ਸੀ, ਜਿਹਨੂੰ ਅੱਜ ਕੱਲ੍ਹ ਕਾਫੀ ਮਾਨਤਾ ਮਿਲ ਰਹੀ ਹੈ ਵੀ ਇੱਥੋਂ ਦੇ ਰਹਿਣ ਵਾਲੇ ਸੀ। ਤਾਂ ਅਸੀਂ ਦੇਖਣਾ ਕਿੱਦਾਂ ਕਿ ਸਾਨੂੰ ਕਿੱਦਾਂ ਪਤਾ ਲੱਗੂਗਾ ਕਿ ਇਸੇ ਥਾਂ 'ਤੇ ਰਹਿਣ ਵਾਲੇ ਸੀ। ਉਹਦੇ 5-6 ਚੀਜ਼ਾਂ ਮੈਂ ਤੁਹਾਡੇ ਸਾਹਮਣੇ ਉਦਾਹਰਨ ਦੇ ਤੌਰ 'ਤੇ ਰੱਖਦਾ ਤਾਂ ਕਿ ਤੁਹਾਨੂੰ ਗੱਲ ਸਮਝ ਆ ਜਾਏ। ਨੰਬਰ 1, ਅਸੀਂ ਜਦੋਂ ਵੇਦਾਂ ਨੂੰ ਪੜ੍ਹਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਵੇਦਾਂ ਦੇ ਵਿੱਚ ਜਿਹੜੀਆਂ ਜੜੀਆਂ ਬੂਟੀਆਂ ਦਾ, ਪੇੜ ਪੌਦਿਆਂ ਦਾ ਉਲੇਖ ਕੀਤਾ ਗਿਆ ਹੈ, ਜਾਨਵਰਾਂ ਦਾ ਉਲੇਖ ਕੀਤਾ ਗਿਆ ਹੈ, ਕਿ ਇਹ ਚੀਜ਼ਾਂ ਉਸ ਵੇਲੇ ਇੱਥੇ ਸੀਗੀਆਂ। ਜਿਵੇਂ ਸਪੋਜ਼ ਕਰ ਲਓ ਕਿ ਬੇਟਾ ਤੁਸੀਂ ਕੋਈ ਆਪਣੇ ਪਿੰਡ ਦੇ ਉੱਤੇ ਕਿਤਾਬ ਲਿਖਣੀ ਸ਼ੁਰੂ ਕਰੋ, ਤੇ ਜਦੋਂ ਤੁਸੀਂ ਆਪਣੇ ਪਿੰਡ ਦੀ ਕਿਤਾਬ ਲਿਖੋਗੇ ਔਰ ਉਹਦੇ ਵਿੱਚ ਤੁਸੀਂ ਲਿਖੋਗੇ ਕਿ ਮੇਰੇ ਪਿੰਡ ਦੇ ਵਿੱਚ ਆਹ ਪੌਦੇ ਨੇ, ਆਹ ਬ੍ਰਿਕਸ਼ ਨੇ, ਪੀਪਲ ਲੱਗਿਆ ਹੈ, ਉਹ ਫਲਾਨੀ ਥਾਂ 'ਤੇ ਨਿੰਮ ਲੱਗੀ ਹੈ, ਫਲਾਨੀ ਥਾਂ 'ਤੇ ਬੋਹੜ ਹੈਗਾ, ਉੱਥੇ ਮੇਰੇ ਇੱਕ ਤਲਾਬ ਹੈਗਾ ਜਾਂ ਇੱਕ ਛੱਪੜ ਹੈਗਾ। ਇਹ ਚੀਜ਼ਾਂ ਤੁਸੀਂ ਜੋ ਵੀ ਆਪਣੇ ਸਕੂਲ ਹੈਗਾ, ਹਸਪਤਾਲ ਹੈਗਾ, ਜਾਂ ਇੰਨੇ ਬੰਦੇ ਇੱਥੇ ਰਹਿੰਦੇ ਨੇ, ਇੰਨੇ ਮਕਾਨ ਨੇ, ਇੰਨੇ ਕੁ ਖੇਤ ਨੇ, ਇੰਨੀ ਕੁ ਉਹਦੀ ਪਾਪੂਲੇਸ਼ਨ ਹੈ, ਤੁਸੀਂ ਇਹ ਸਾਰੀਆਂ ਚੀਜ਼ਾਂ ਉਹਦੇ 'ਤੇ ਲਿਖੋਗੇ ਆਪਣੀ ਕਿਤਾਬ 'ਚ। 100 ਸਾਲ ਬਾਅਦ, 200 ਸਾਲ ਬਾਅਦ, 400 ਸਾਲ ਬਾਅਦ ਇਹ ਸਵਾਲ ਉੱਠੇਗਾ ਕਿ ਇਹ ਵਾਕਈ ਕਿਤਾਬ ਦੇ ਵਿੱਚ ਲਿਖੀ ਹੋਈ ਗੱਲ ਜੈਨੂਅਨ ਹੈਗੀ, ਤਾਂ ਉਹਨੂੰ ਕਿੱਦਾਂ ਪਰਖਾਂਗੇ। ਉਹ ਕਹਿਣਗੇ ਕਿਤਾਬ ਦੇ ਵਿੱਚ ਦੱਸੋ ਵੀ ਉੱਥੇ ਲਿਖਿਆ ਸੀ ਵੀ ਪਿੱਪਲ ਹੈਗਾ। ਉਹ ਕਹਿੰਦੇ ਹਾਂ ਲਿਖਿਆ ਵੀ ਫਲਾਣੇ ਥਾਂ 'ਤੇ ਪਿੱਪਲ ਸੀਗਾ। ਕਹਿੰਦੇ ਉਹ ਦੇਖੋ ਜਾ ਕੇ ਵੀ ਉਸ ਜ਼ਮਾਨੇ ਦੇ ਵਿੱਚ ਇੱਥੇ ਪਿੱਪਲ ਹੋ ਸਕਦਾ ਸੀ। ਉਹ ਕਹਿੰਦੇ ਵੀ ਹੋ ਸਕਦਾ ਸੀ। ਮੰਨ ਲਓ ਉਹ ਪੁਰਾਣਾ ਪਰਖਦੇ ਨੇ ਵੀ ਯਾਰ ਛੱਪੜ, ਉਹ ਕਹਿੰਦੇ ਹਾਂ ਯਾਰ ਅਸੀਂ ਸੁਣਦੇ ਹੁੰਦੇ ਸੀਗੇ ਵੀ ਪੁਰਾਣੇ ਬਜ਼ੁਰਗਾਂ ਤੋਂ ਵੀ ਇੱਥੇ ਇੱਕ ਛੱਪੜ ਹੁੰਦਾ ਸੀਗਾ, ਵੀ ਦੇਖਿਆ ਨਹੀਂ ਕਿਉਂਕਿ 100-200 ਸਾਲ ਹੋ ਗਏ, ਪਰ ਲੋਕੀ ਕਹਿੰਦੇ ਸੀ ਯਾਰ ਇਹ ਛੱਪੜ ਵਾਲੀ ਥਾਂ ਸੀ। ਸੋ ਉੱਥੋਂ ਸਾਨੂੰ ਲੱਗ ਜਾਂਦਾ ਵੀ ਜੋ ਲਿਖਿਆ ਗਿਆ ਹੈ ਉਹ ਠੀਕ ਲਿਖਿਆ ਗਿਆ। ਫਿਰ ਤੁਸੀਂ ਕਹਿੰਦੇ ਹੋ ਕਿ ਪਿੰਡ ਦੀ ਆਬਾਦੀ ਇੰਨੀ ਹੈ, ਉਹ 200 ਸਾਲ ਬਾਅਦ ਕਹਿੰਦੇ ਵੀ ਕਿੱਦਾਂ ਕਰੀਏ। ਉਹ ਕਹਿੰਦੇ ਕੋਈ ਗੱਲ ਨਹੀਂ, ਉਸ ਵੇਲੇ ਮਰਦਮਸ਼ੁਮਾਰੀ ਜਿਹਨੂੰ ਅਸੀਂ ਸੈਂਸਸ ਕਹਿੰਦੇ ਹਾਂ ਉਹ ਹੁੰਦਾ ਸੀਗਾ ਵੀ ਉਹ 2021 ਦਾ ਸੈਂਸਸ ਚੈੱਕ ਕਰ ਲਓ ਜਿਹੜਾ ਹੋਣਾ ਹੈ, ਜਾਂ 2011 ਦਾ ਚੈੱਕ ਕਰ ਲਓ। ਅਤੇ 2011 ਦੇ ਸੈਂਸਸ 'ਚ ਉਸ ਪਿੰਡ ਦੀ ਜਨਸੰਖਿਆ ਦਾ ਵਰਣਨ ਹੈ ਵੀ ਜੇ ਔਥਰ ਨੇ, ਇੱਕ ਕਿਤਾਬ ਦੇ ਲੇਖਕ ਨੇ ਲਿਖਿਆ 2000 ਹੈ ਅਤੇ ਉਹਦੇ ਵਿੱਚ ਜੇ ਜਨਸੰਖਿਆ 1800-2200 ਲਿਖੀ ਹੈ, ਇਹਦਾ ਮਤਲਬ ਵੀ ਠੀਕ ਲਿਖੀ ਹੈ ਕਿਉਂਕਿ ਉਹਨੇ ਅੰਦਾਜ਼ੇ ਨਾਲ ਲਿਖੀ ਹੈ, ਇੰਨੀ ਹੈਗੀ ਹੈ। ਸੋ ਵੀ ਨੀਡ ਪ੍ਰੂਫਸ ਫॉर दैट। तो ऐदा ही
ਜਿਹੜੇ ਲੋਕਾਂ ਦਾ ਅਸੀਂ ਕਹਿੰਦੇ ਵੀ ਇਹ ਲੋਕ ਇੱਥੋਂ ਰਹਿਣ ਵਾਲੇ ਸੀ, ਅਸੀਂ ਕਹਿੰਦੇ ਵੀ ਠੀਕ ਹੈ। ਤੇ ਜਿਹੜੇ ਹੁਣ ਮੰਨ ਲਓ ਪੰਜਾਬ ਦੇ ਬੰਦੇ ਨੇ ਬੇਟਾ, ਤੁਸੀਂ ਅਮਰੀਕਾ ਚਲੇ ਜਾਓ, ਕੈਨੇਡਾ ਚਲੇ ਜਾਓ, ਕਿਸੇ ਵੀ ਮੁਲਕ ਦੇ ਵਿੱਚ ਚਲੇ ਜਾਓ, ਮੈਂ ਕਹਿੰਦਾ ਇੰਡੀਆ ਦੇ ਵਿੱਚ ਹੀ ਤੁਸੀਂ ਬੰਗਾਲ 'ਚ ਚਲੇ ਜਾਓ, ਕੇਰਲ 'ਚ ਚਲੇ ਜਾਓ, ਸਾਊਥ ਇੰਡੀਆ ਚਲੇ ਜਾਓ, ਉੱਥੇ ਜਾ ਕੇ ਤੁਹਾਨੂੰ ਸ਼ਕਲ ਦੇਖ ਕੇ ਆਈਡੀਆ ਹੋ ਜਾਂਦਾ ਨਾ ਵੀ ਯਾਰ ਇਹ ਬੰਦਾ ਪੰਜਾਬੀ ਹੈ ਜਾਂ ਉੱਤਰੀ ਭਾਰਤ ਹੈ। ਜਾਂ ਇਹਨੂੰ ਉਲਟਾ ਲੈ ਲਓ, ਕੋਈ ਸਾਊਥ ਇੰਡੀਆ ਦਾ ਬੰਦਾ ਤੁਹਾਡੇ ਪਿੰਡ 'ਚ ਆਵੇ ਤੇ ਤੁਹਾਨੂੰ ਲੱਗ ਜਾਂਦਾ ਨਾ ਯਾਰ ਇਹ ਬੰਦਾ ਆਪਣਾ ਪੰਜਾਬੀ ਨਹੀਂ ਹੈਗਾ। ਕਿਉਂ ਲੱਗਦਾ? ਕਿਉਂਕਿ ਉਹਦਾ ਕੱਦ ਕਾਠ, ਉਹਦੇ ਨੈਣ ਨਕਸ਼, ਉਹਦੀਆਂ ਅੱਖਾਂ, ਉਹਦਾ ਨੱਕ, ਉਹਦਾ ਮੂੰਹ, ਉਹਦਾ ਚਿਹਰਾ, ਉਹਦੇ ਕੰਨ, ਉਹਦਾ ਰੰਗ, ਉਹਦੇ ਬੋਡੀ ਦਾ, ਸਰੀਰ ਦਾ ਢੰਗ, ਜਿਹੜਾ ਬਣਾਵਟ ਹੈ। ਬੋਲ ਚਾਲ ਤਾਂ ਬਾਅਦ ਦੀ ਗੱਲ ਹੈ, ਉਹ ਤਾਂ ਉਦੋਂ ਪਤਾ ਲੱਗੇਗਾ ਜਦੋਂ ਬੋਲੋਗੇ। ਸਾਹਮਣੇ ਦੂਰੋਂ ਦੇਖ ਕੇ ਤੁਹਾਨੂੰ ਆਈਡੀਆ ਹੋ ਜਾਂਦਾ ਹੈ ਵੀ ਸਾਡੀ ਨਸਲ ਔਰ ਇਸ ਨਸਲ ਦੇ ਵਿੱਚ ਫਰਕ ਨਜ਼ਰ ਆਉਂਦਾ ਹੈ। ਔਰ ਉਹ ਨਸਲਾਂ 'ਚ ਫਰਕ ਕਿਉਂ ਹੁੰਦਾ? ਉਹਦੇ ਕਈ ਕਾਰਨ ਹੈ। ਇੱਕ ਫਰਕ ਇਹ ਵੀ ਹੁੰਦਾ ਜਦੋਂ ਅਸੀਂ ਜੋ ਉਹਦੇ ਯਾਨੀ ਭੂਗੋਲਿਕ ਔਰ ਜਗ੍ਰਾਫੀਕਲ ਇਫੈਕਟ ਵੀ ਹੁੰਦਾ। ਜਿਵੇਂ ਤੁਸੀਂ ਦੇਖੋ ਕਿ ਜਿਹੜੇ ਬਿਹਾਰ ਦੇ ਲੋਕ ਨੇ, ਉਹਨਾਂ ਦੇ ਬੰਗਾਲ ਦੇ ਲੋਕ ਨੇ, ਉਹਨਾਂ ਦੇ ਕੱਦ ਕਾਠ ਕਦੇ ਉੱਚੇ ਨਹੀਂ ਹੁੰਦੇ ਜ਼ਿਆਦਾ, ਐਵਰੇਜ ਤੁਹਾਨੂੰ ਘੱਟ ਹਾਈਟ ਦੇ ਬੰਦੇ ਦਿਖਣਗੇ ਜ਼ਿਆਦਾ। ਤੇ ਪਾਕਿਸਤਾਨ ਦੇ ਵਿੱਚ ਚਲੇ ਜਾਓ, ਜਿੰਨੇ ਪਠਾਨ ਨੇ, ਜਾਣੀ ਜਿਹੜਾ ਇੱਧਰੋਂ ਨੌਰਥ ਵੈਸਟ ਫਰੰਟੀਅਰ ਸਾਡਾ ਏਰੀਆ ਸੀਗਾ। ਔਰ ਈਵਨ ਤੁਸੀਂ ਪੰਜਾਬ ਦੇ ਅੰਦਰ ਦੇਖੋ, ਬੜੀ ਇੱਕ ਰੋਚਕ ਚੀਜ਼ ਹੈ, ਅਗਰ ਤੁਸੀਂ ਪਰਖਣੀ ਹੋਵੇ ਤਾਂ ਤੁਸੀਂ ਅਬੋਹਰ ਵਾਲੀ ਸਾਈਡ 'ਤੇ ਜਾਓ, ਤੁਹਾਨੂੰ ਹੈਰਾਨੀ ਹੋਊਗੀ ਕਿ ਉੱਥੇ ਬੰਦਿਆਂ ਦੇ ਹਜੇ ਵੀ ਕੱਦ 6-6 ਫੁੱਟ ਤੋਂ ਉੱਤੇ ਨੇ ਜ਼ਿਆਦਾਤਰ, ਕਾਫੀ ਲੋਕਾਂ ਦੇ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਪਰਖਦੇ ਹਾਂ, ਔਰ ਅਗਰ ਉਹ ਚੀਜ਼ਾਂ ਮੈਚ ਕਰਦੀਆਂ ਸਾਰੀਆਂ A to Z, ਫਿਰ ਅਸੀਂ ਇੱਕ ਠੋਸ ਸਿੱਟੇ 'ਤੇ ਪਹੁੰਚਦੇ ਹਾਂ ਵੀ ਇਹ ਇਹੀ ਸੀ। ਔਰ ਉਨੀ ਦੇਰ ਤੱਕ ਉਸ ਨੂੰ ਮੰਨਦੇ ਰਹਿੰਦੇ ਹਾਂ ਜਿੰਨੀ ਦੇਰ ਤੱਕ ਉਸ ਤੋਂ ਵਧੀਆ ਕੋਈ ਹੋਰ ਠੋਸ ਸਾਡੇ ਕੋਲ ਕਾਰਨ ਸਾਹਮਣੇ ਨਹੀਂ ਆਉਂਦਾ। ਇਸ ਕਰਕੇ ਅਸੀਂ ਉਹਨਾਂ ਲੋਕਾਂ ਨੂੰ ਕਿਹਾ ਵੀ ਆਰੀਅਨਸ ਨੇ, ਔਰ ਹੁਣੇ ਮੰਨਿਆ ਜਾਣ ਲੱਗ ਗਿਆ ਕਿ ਆਰੀਅਨਸ ਇੱਥੋਂ ਦੀ ਰਹਿਣ ਵਾਲੇ ਸੀ। ਔਰ ਇਹਨਾਂ ਨੇ ਇੱਥੇ ਹੀ ਇਸ ਸਪਤ ਸਿੰਧੂ ਦਾ ਮਤਲਬ ਜਿਹੜਾ ਪੰਜਾਬ ਦੀਆਂ 5 ਨਦੀਆਂ ਔਰ ਉਹਦੇ ਵਿੱਚ ਜਿਹੜੀਆਂ ਨੇ ਸਿੰਧ ਨਦੀ ਵਗੈਰਾ ਔਰ ਸਰਸਵਤੀ ਨਦੀ ਨੂੰ ਮਿਲਾ ਕੇ ਜਿਹੜੀਆਂ 7 ਨਦੀਆਂ ਬਣੀਆਂ, ਉਹਨੂੰ ਸਪਤ ਸਿੰਧੂ, ਸਿੰਧ ਨਦੀ ਦੀਆਂ 7 ਸ਼ਾਖਾਵਾਂ, ਇਸ ਏਰੀਏ ਦੇ ਵਿੱਚ ਵੇਦਾਂ ਦੀ ਰਚਨਾ ਹੋਈ। ਸਮਝ ਗਏ ਬੇਟਾ ਇੰਨੀ ਗੱਲ? ਦੂਸਰੀ ਚੀਜ਼ ਇਹਦੇ ਵਿੱਚ ਜਿਹੜੀ ਅਸੀਂ ਨੋਟ ਕਰਦੇ ਕਿ ਉਸ ਵੇਲੇ ਵੱਡੇ ਵੱਡੇ ਰਾਜ ਨਹੀਂ ਸੀ। ਸ਼ੁਰੂ 'ਚ ਕਬੀਲਾ ਟਾਈਪ ਲੋਕ ਸੀਗੇ, ਟਰਾਈਬਲਸ। ਟਰਾਈਬਲਸ ਦਾ ਮਤਲਬ ਹੁੰਦਾ ਕਿ ਮੇਰਾ ਇੱਕ ਗਰੁੱਪ ਆਫ ਕਮਿਊਨਿਟੀ ਦਾ ਪੀਪਲ ਹੈ, ਚਾਹੇ ਮੇਰੇ ਔਰ ਤੁਹਾਡੇ 'ਚ ਬਹੁਤ ਸਾਰੀਆਂ ਸਮਾਨਤਾਵਾਂ ਵੀ ਹੋਣਗੀਆਂ, ਲੇਕਿਨ ਸਾਡੇ ਕੁਝ ਆਪਣੇ ਤਰੀਕੇ ਵੀ ਹੋਣਗੇ ਅਲੱਗ। ਜਿਵੇਂ ਤੁਸੀਂ ਇਹਨੂੰ ਸਮਝਣਾ ਹੋਏ, ਬੜੇ ਮੈਂ ਇੱਕ ਐਗਜ਼ਾਮਪਲ ਦੇ ਕੇ ਸਮਝਾਉਣਾ, ਹਾਲਾਂਕਿ ਉਹਨੂੰ ਤੁਸੀਂ ਜਾਤ ਪਾਤ ਦੇ ਐਂਗਲ ਨਾਲ ਨਹੀਂ ਦੇਖਣਾ, ਲੇਕਿਨ ਸਮਝਣ ਲਈ ਦੇਖਣਾ ਕਿ ਹਿੰਦੂਆਂ ਦੇ ਵਿੱਚ 4 ਜਾਤਾਂ ਕਹੀਆਂ ਗਈਆਂ, ਬ੍ਰਾਹਮਣ, ਛਤਰੀ, ਸ਼ੂਦਰ, ਵੈਸ਼, ਪੁਰਾਣੇ ਸਮੇਂ 'ਚ। ਔਰ ਅੱਜ ਕੱਲ੍ਹ ਤੁਸੀਂ ਜੇ ਖੱਤਰੀ ਜਾਂ ਖੱਤਰੀਆਂ 'ਚ ਵੀ ਜਾਓ ਤਾਂ ਸੈਂਕੜੋਂ ਸਭ ਜਾਤੀਆਂ ਨੇ। ਖੱਤਰੀਆਂ 'ਚ ਪੂਰੀ ਵੀ ਆਉਂਦੇ ਨੇ, ਤਲਵਾਰਸ ਵੀ ਆਉਂਦੇ ਨੇ, ਅਰੋੜਾਸ ਵੀ ਆਉਂਦੇ ਨੇ, ਅੱਗੋਂ ਉਹਨਾਂ 'ਚ ਵੀ ਹੋ ਗਿਆ ਅਰੋੜੇ ਖੱਤਰੀ ਨੇ, ਦੂਜੇ ਖੱਤਰੀ ਨੇ। ਹੁਣ ਉਹ ਸਾਰੇ ਦੇ ਸਾਰੇ ਖੱਤਰੀ ਹੈ ਬੇਟਾ ਜੇ ਆਪਾਂ ਕਹੀਏ। ਲੇਕਿਨ ਉਹਦੇ ਬਾਵਜੂਦ ਜਦੋਂ ਤੁਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਕਿਸੇ ਵੀ ਪ੍ਰਥਾ ਨੂੰ ਮੰਨਣ ਦੇ ਚੀਜ਼ਾਂ ਨੂੰ ਨੋਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਉਹਦੇ ਵਿੱਚ ਫਰਕ ਹੈ। ਔਰ ਉਹ ਫਰਕ ਤੁਹਾਨੂੰ ਬਹੁਤ ਸਾਰੀਆਂ ਪਰਿਵਾਰਾਂ 'ਚ ਦੇਖਣ ਨੂੰ ਮਿਲਦਾ ਹੈ, ਔਰ ਉਹ ਲਗਭਗ ਹਰ ਧਰਮ, ਹਰ ਜਾਤੀ ਦੇ ਨਾਲ ਸੰਬੰਧਿਤ ਦੇਖਣ ਨੂੰ ਮਿਲਦਾ ਹੈ। ਜਿਵੇਂ ਤੁਸੀਂ ਸ਼ਾਦੀ ਦੇ ਵਿੱਚ ਚਲੇ ਜਾਓ, ਜਦੋਂ ਮਿਲਣੀਆਂ ਹੁੰਦੀਆਂ ਤਾਂ ਪਰਿਵਾਰ ਤੋਂ ਪਰਿਵਾਰ ਮਿਲਣੀਆਂ ਦੇ ਸਰਵਰੂਪ ਵਿੱਚ ਵੀ ਤਬਦੀਲੀ ਦੇਖਣ ਨੂੰ ਮਿਲ ਜਾਂਦੀ ਹੈ। ਹਾਲਾਂਕਿ ਇੱਕ ਛੋਟੀ ਜਿਹੀ ਪ੍ਰਥਾ ਹੈ ਤੇ ਬੰਦੇ ਕੀ ਕਹਿਣਗੇ, ਉਹਨੇ ਜੀ ਸਾਡੇ ਆਹ ਰਿਵਾਜ ਹੈ। ਉਸੇ ਕਮਿਊਨਿਟੀ ਦੇ, ਉਸੇ ਜਾਤ ਦੇ, ਉਸੇ ਸਭ ਜਾਤ ਦੇ, ਉਪ ਜਾਤ ਦੇ ਕਿਸੇ ਹੋਰ ਪਰਿਵਾਰ 'ਚ ਚਲੇ ਜਾਓ, ਉਹਦੇ ਵਿੱਚ ਵੀ ਫਰਕ ਆਏਗਾ। ਸੋ ਦਿਸ ਮੀਨਸ ਕਿ ਦੇ ਵਰ ਨੋਟ ਆਈਸੋਲੇਟਡ, ਵੱਖਰੇ ਨਹੀਂ ਸੀ, ਲੇਕਿਨ ਉਹਨਾਂ ਦੇ ਬਾਵਜੂਦ ਆਪਸ ਵਿੱਚ ਕੁਝ ਵੱਖਰੀਆਂ ਪ੍ਰਥਾਵਾਂ ਮੌਜੂਦ ਸਨ, ਔਰ ਉਹ ਰਹਿੰਦੀਆਂ ਨੇ, ਔਰ ਈਵਨ ਇੱਥੋਂ ਤੱਕ ਹੋ ਜਾਂਦੀਆਂ ਨੇ ਕਿ ਤੁਸੀਂ ਅਗਰ ਆਪਣੇ ਘਰ ਦੇ ਵਿੱਚ ਵੀ ਦੇਖੋਗੇ ਬੇਟਾ,
अगर तुसी एक थां दे उत्ते इकट्ठे रहंदे हो तो तुहाडी प्रथा होर होएगी। ਜਿਹੜਾ ਤੁਹਾਡਾ ਭਰਾ ਭੈਣ ਤੁਹਾਡੇ ਤੋਂ ਅਲੱਗ ਹੋ ਕੇ 20 25 30 ਸਾਲ ਤੋਂ ਕਿਸੇ ਹੋਰ ਥਾਂ ਤੇ ਚਲਾ ਗਿਆ, ਉਹਦੇ ਵੀ ਕਿਸੇ ਚੀਜ਼ ਨੂੰ ਮੰਨਣ ਦੇ ਰੀਤੀ ਰਿਵਾਜ ਵਿੱਚ ਚਾਹੇ 19 21 ਦਾ ਫਰਕ ਆਵੇ ਆ ਜਾਏਗਾ। ਸਿਟੀ ਟੂ ਸਿਟੀ ਫਰਕ ਆ ਜਾਏਗਾ, ਪਿੰਡ ਤੋਂ ਸ਼ਹਿਰ 'ਚ ਫਰਕ ਆ ਜਾਏਗਾ। ਠੀਕ ਹੈ, तो ਉਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਉਹ ਤਾਂ ਜੀ ਹੁਣ ਵੱਖਰਾ ਨਸਲ ਹੈ ਜਾਂ ਵੱਖਰੀ ਕਮਿਊਨਿਟੀ ਹੈ। नो, दैट डिफरेंस विल कम, लेकिन ਉਹਦੀ ਫਿਰ ਪਹਿਚਾਣ ਹੌਲੀ ਹੌਲੀ ਕਈ ਸੌ ਸਾਲਾਂ ਬਾਅਦ ਅਲੱਗ ਬਣ ਜਾਂਦੀ ਹੈ, ਅਲੱਗ ਰੂਪ ਲੈ ਲੈਂਦੀ ਹੈ। ਐਦਾਂ ਹੀ ਜਦੋਂ ਅਸੀਂ ਉਸ ਵੇਲੇ ਕਹਿੰਦੇ ਆ ਕਿ ਜਿਹੜੇ ਕਬੀਲੇ ਸੀਗੇ, ਫਿਰ ਅਸੀਂ ਕਹਿੰਦੇ ਵੀ ਯਾਰ ਉਹਨਾਂ ਕਬੀਲਿਆਂ 'ਚ ਸਾਨੂੰ ਕੁਝ ਗਿਣਤੀ ਦੇ ਕਬੀਲੇ ਐਸੇ ਦੱਸੋ ਜਿਹੜੇ ਬੜੇ ਇੰਪੋਰਟੈਂਟ ਸੀ। ਇੰਪੋਰਟੈਂਟ ਮਤਲਬ ਜਿਨ੍ਹਾਂ ਦੇ ਕੋਲ ਵੱਡਾ ਰਾਜਪਾਟ ਸੀ, ਪਾਵਰਫੁਲ ਸੀਗੇ, ਉਹਨਾਂ ਦੀ ਗੱਲ ਦੂਜੇ ਕਬੀਲੇ ਮੰਨਦੇ ਸੀਗੇ, ਆਪਣਾ ਵਜੂਦ ਸੀਗਾ। ਤਾਂ ਅਸੀਂ ਬੇਟਾ ਉਹਦੇ 'ਚ ਕੀ ਦੇਖਦੇ ਹਾਂ ਕਿ ਕਿਹੜੇ ਕਿਹੜੇ ਕਬੀਲੇ ਜ਼ਿਆਦਾ ਇੰਪੋਰਟੈਂਟ ਆਉਂਦੇ ਨੇ। ਉਹਦੇ 'ਚ ਆਉਂਦੇ ਨੇ ਅਨੁਸ਼, ਪੁਰ, ਭਰਤ, ਯਦੂ, ਧਰੁਵਸ, ਜਿਹਦੇ 'ਚ ਬਾਅਦ 'ਚ ਭਰਤ ਕਬੀਲਾ ਜਿਹੜਾ ਬੜਾ ਫੇਮਸ ਬਣਿਆ ਕਿਉਂਕਿ ਉਹਨੇ ਬਾਕੀ ਸਾਰਿਆਂ ਦੇ ਉੱਤੇ ਕਬਜ਼ਾ ਕਰਕੇ ਇੱਕ ਵੱਡਾ ਸਮਰਾਜ ਜਿਹੜਾ ਸੀਗਾ ਉਹ ਆਪਣਾ ਸਥਾਪਿਤ ਕੀਤਾ। ਤਾਂ ਇਹੀ ਉਹਨਾਂ ਦਾ ਭੂਗੋਲਿਕ ਖੇਤਰ ਵੀ ਸੀਗਾ। ਇਹ ਜਿਹੜੀਆਂ ਸਪਤ ਸਿੰਧੂ ਦੀ ਅਸੀਂ ਗੱਲ ਕੀਤੀ ਹੈ, ਸਿੰਧ ਨਦੀ ਜਿਹੜੀ ਹੈ ਸਭ ਤੋਂ ਪਿੱਛੇ ਪੈਂਦੀ ਹੈ, ਜਿਹੜੀ ਅਫਗਾਨਿਸਤਾਨ ਨਾਲ ਲੱਗਦੀ ਹੈ। ਔਰ ਜਦੋਂ ਅਸੀਂ ਸਿੰਧ ਨਦੀ ਤੋਂ ਆਪਣੇ ਵਾਲੇ ਪਾਸੇ ਨੂੰ ਤੁਰਦੇ ਹਾਂ ਤਾਂ ਅਸੀਂ ਕੀ ਦੇਖਦੇ ਹਾਂ ਕਿ ਸਿੰਧ ਤੋਂ ਬਾਅਦ ਕਿਹੜੀ ਨਦੀ ਆਉਂਦੀ ਹੈ, ਦੱਸ ਸਕਦਾ ਕੋਈ? ਜੇਹਲਮ। ਠੀਕ ਹੈ, ਜੇਹਲਮ ਤੋਂ ਬਾਅਦ ਚਨਾਬ, ਚਨਾਬ ਤੋਂ ਬਾਅਦ ਰਾਵੀ, ਰਾਵੀ ਤੋਂ ਬਾਅਦ ਬਿਆਸ, ਬਿਆਸ ਤੋਂ ਬਾਅਦ ਸਤਲੁਜ, ਸਤਲੁਜ ਤੋਂ ਬਾਅਦ ਸਰਸਵਤੀ। तो यानी हरियाणे तो लैके पूरा पाकिस्तान का एरिया असी अगर विच मिला लईए तो इनू असी वैदिक सभ्यता का भूगोलिक खेतर मनते हाँ। और इन्हां दे जिहड़े नाम ने, ये बड़ी एक इंटरस्टिंग चीज़ तुसी नोट कर लो, तुहाडे काम आएगी। वो की है कि बेटा ये 7 नदियां दा वैदां दे विच नाम की लिखिया होया। ठीक है, जिमें सतलुज नूं शतुद्री कहा गया, व्यास नूं विपास, रावी नूं पुरुषनी, चिनाब नूं अश्विनी, जेलम नूं वितस्ता, ਇਹ ਅਲੱਗ-ਅਲੱਗ ਨਾਮ ਅਲੱਗ-ਅਲੱਗ ਸਮਿਆਂ ਦੇ ਵਿੱਚ ਵੀ ਬੇਟਾ ਚੱਲਦੇ ਨੇ। ਜਦੋਂ ਅਸੀਂ ਇਹਨਾਂ ਨਦੀਆਂ ਦੇ ਨਾਮ ਕਿਸੇ ਹੋਰ ਪਾਸਿਓਂ ਦੇਖਦੇ ਹਾਂ ਤਾਂ ਉਹ ਕਈ ਵਾਰੀ ਨਾਮ ਦੇ ਵਿੱਚ ਹੋਰ ਫਰਕ ਵੀ ਸਾਨੂੰ ਦੇਖਣ ਨੂੰ ਮਿਲਦਾ ਹੈ। ਪਰ ਇਹ ਨਾਮ ਤੁਸੀਂ ਯਾਦ ਕਰਨੇ ਨੇ ਔਰ ਲਿਖਣੇ ਨੇ, ਕਿਉਂਕਿ ਇਹ ਸਪੈਸ਼ਲ ਚੀਜ਼ ਜਦੋਂ ਮੈਂਸ਼ਨ ਕਰੋਗੇ ਤਾਂ ਉਹਦੇ ਤੁਹਾਨੂੰ ਐਕਸਟਰਾ ਨੰਬਰ ਜਿਹੜੇ ਉਹ ਮਿਲਣਗੇ। ਇਸ ਤੋਂ ਇਲਾਵਾ ਕੁਝ ਹੋਰ ਸਬਸਿਡਰੀ ਜਿਵੇਂ ਛੋਟੀਆਂ ਨਦੀਆਂ भी सतलुज ਦੇ ਵਿੱਚ ਜਿਹੜੀਆਂ ਮਿਕਸ ਹੋਈਆਂ ਸਾਈਡ ਤੋਂ, ਉਹ ਵੀ ਨਾਮ ਕਈ ਵਾਰੀ ਸਾਨੂੰ ਵੈਦਿਕ ਲਿਟਰੇਚਰ ਵਿੱਚ ਦੇਖਣ ਨੂੰ ਮਿਲਦੇ ਨੇ। ਸਵਾਤ, ਗੋਰੀ, ਇਸ ਤਰੀਕੇ ਦੇ ਨਾਮ ਵੀ ਸਾਨੂੰ ਦੇਖਣ ਨੂੰ ਮਿਲਦੇ ਨੇ। ਔਰ ਉਸ ਤੋਂ ਅੱਗੇ ਜਦੋਂ ਅਸੀਂ ਚਲੇ ਜਾਂਦੇ ਹਾਂ ਤਾਂ ਫਿਰ ਗੰਗਾ ਜਮਨਾ ਨਦੀਆਂ ਆ ਜਾਂਦੀਆਂ। ਸਮਝ ਆ ਗਈ ਬੇਟਾ ਗੱਲ? तो ਇਹ ਸਾਡਾ हिस्ट्री की इस रिग वैदिक काल की एक बैकग्राउंड मैं ब्रीफ च तुहाडे नाल सांझी कीती है, जिन्हों असीं समझण की कोशिश की।